हाँ जी, बहुत ही ਸਤਿਕਾਰਯੋਗ ਸਾਥੀਓ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅਸੀਂ ਲਗਾਤਾਰ ਪਿਛਲੇ 65 ਦਿਨਾਂ ਤੋਂ ਆਪਣੀਆਂ ਜੋ ਪਿਛਲੇ 7 ਸਾਲਾਂ ਦੀਆਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ, ਮੰਗਾਂ, ਜੋ ਸਾਡੇ ਹੱਕ ਸੀਗੇ, ਉਹ ਇਸ ਜੋ ਜ਼ੁਲਮੀ ਸਰਕਾਰ ਆ ਇਸ ਨੇ ਸਾਨੂੰ ਉਹ ਹੱਕ ਸਾਡੇ ਨਹੀਂ ਦਿੱਤੇ ਸੀ। ਸੋ ਲਗਾਤਾਰ ਉਹਨਾਂ ਮੰਗਾਂ ਲਈ, ਉਹਨਾਂ ਹੱਕਾਂ ਲਈ ਅਸੀਂ 65 ਦਿਨਾਂ ਤੋਂ ਆਪਣਾ ਸੰਘਰਸ਼ ਕਰਦੇ ਆ ਰਹੇ ਹਾਂ। ਪਟਿਆਲਾ ਦੀ ਧਰਤੀ, ਇਸ ਰਾਜੇ ਦੀ ਧਰਤੀ 'ਤੇ, ਇਸ ਸ਼ਾਹੀ ਸ਼ਹਿਰ ਰਜਵਾੜੇ ਦੀ ਧਰਤੀ 'ਤੇ ਆਪਾਂ 65 ਦਿਨਾਂ ਤੋਂ ਆਪਣਾ ਧਰਨਾ ਲਾ ਕੇ ਬੈਠੇ ਹਾਂ। ਸੋ ਸਮੇਂ-ਸਮੇਂ 'ਤੇ ਆਪਾਂ ਇਹਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ। ਇਹਨਾਂ ਵੱਲੋਂ ਜੋ ਸਾਨੂੰ ਫੋਕੇ ਆਸ਼ਵਾਸਨ ਦਿੱਤੇ ਗਏ ਉਹਨਾਂ ਦੇ ਨਾਲ ਤਾਲਮੇਲ ਬਿਠਾ ਕੇ ਆਪਾਂ ਅੱਗੇ ਵੀ ਵਧੇ, ਪਰ ਅਕਸਰ ਹੀ ਇਹਨਾਂ ਨੇ ਆਪਣੀਆਂ ਕੋਝੀਆਂ ਜੋ ਚਾਲਾਂ ਸੀ ਉਹ ਚੱਲਦੇ ਰਹੇ। ਸੋ ਉਸ ਦੇ ਸੰਦਰਭ ਵਿੱਚ ਅੱਜ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ, ਅਗਲੇ ਜੋ ਪਲਾਨ ਹੈਗੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਇਸ ਲਿੰਕ ਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ, ਸਾਰੇ ਸਾਥੀਆਂ ਤੱਕ ਇਹ ਜਿਹੜੀ ਬੇਨਤੀ ਆ ਉਹ ਪਹੁੰਚ ਜਾਵੇ। ਸੋ ਸਾਥੀਓ, ਬਹੁਤ ਹੀ ਸਤਿਕਾਰਯੋਗ NSQF ਅਧਿਆਪਕ ਯੂਨੀਅਨ ਪੰਜਾਬ ਦੇ ਸਮੂਹ ਅਧਿਆਪਕ ਸਾਥੀ, ਤੁਸੀਂ ਬਹੁਤ ਹੀ ਕਾਬਲੇ ਤਾਰੀਫ ਕੰਮ ਕਰ ਰਹੇ ਹੋ, ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ। ਤੁਹਾਡੀ ਮਿਹਨਤ, ਤੁਹਾਡੀ ਲਗਨ, ਤੁਹਾਡੀ ਦ੍ਰਿੜਤਾ ਦਿਖ ਰਹੀ ਆ ਤੁਹਾਡੇ ਸੰਘਰਸ਼ ਦੇ ਵਿੱਚ। ਇੱਕ ਨਵਾਂ ਕੀਰਤੀਮਾਨ ਤੁਸੀਂ ਸੈੱਟ ਕੀਤਾ ਹੋਇਆ ਕਿ 65 ਦਿਨ ਤੁਸੀਂ ਕਿਸੇ ਸੰਘਰਸ਼ ਨੂੰ, ਕਿਸੇ ਧਰਨੇ ਨੂੰ ਚਲਾ ਰਿਹਾ। ਸੋ ਇਹ ਬਹੁਤ ਮਾਣ ਵਾਲੀ ਗੱਲ ਆ, ਬਹੁਤ ਸਾਡੇ ਲਈ ਸਤਿਕਾਰ ਵਾਲੀ ਗੱਲ ਆ। ਦੂਜੀਆਂ ਜਥੇਬੰਦੀਆਂ ਵਿੱਚ ਸਾਨੂੰ ਇਸ ਦੇ ਲਈ ਬਹੁਤ ਹੀ ਨਿੱਘਾ ਸਤਿਕਾਰ ਮਿਲ ਰਿਹਾ ਸਾਨੂੰ। ਸੋ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਕਿ ਕੋਈ ਜਥੇਬੰਦੀ ਇੰਨਾ ਲੰਬਾ ਧਰਨਾ ਚਲਾਵੇ ਅਤੇ ਫਿਰ ਉਸ ਤੋਂ ਬਾਅਦ ਬੈਕ ਟੂ ਬੈਕ ਆਪਣੇ ਐਕਸ਼ਨ ਦਿੰਦੀ ਰਹੇ। ਸੋ ਦਿਸ ਇਜ਼ ਨੋਟ ਅ ਸ਼ਾਰਟ ਥਿੰਗਸ। ਸੋ ਇਹ ਬਹੁਤ ਹੀ ਬਾਕਮਾਲ ਤੁਹਾਡਾ ਜਿਹੜਾ ਨਿਸ਼ਚਾ ਉਹ ਦਿਖ ਰਿਹਾ। ਸੋ ਇਸ ਦੇ ਲਈ ਤੁਹਾਨੂੰ ਸਭ ਨੂੰ ਸਲਾਮ ਆ, ਸਲਿਊਟ ਆ। ਅਤੇ ਸੋ ਸਾਥੀਓ, ਅੱਗੇ ਜੋ ਮੈਸੇਜ ਆ ਉਹ ਇਹ ਹੈਗਾ ਕਿ ਅਸੀਂ ਆਪਣੇ ਆਉਣ ਵਾਲੇ ਦਿਨਾਂ ਵਿੱਚ ਕੀ ਕਰਾਂਗੇ ਅਤੇ ਕੀ ਕਰਨ ਜਾ ਰਹੇ ਹਾਂ। ਉਸ ਦੇ ਲਈ ਸਭ ਤੋਂ ਪਹਿਲੀ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਉਹ ਇਹ ਹੈਗੀ ਆ ਕਿ 14 ਅਗਸਤ ਮਤਲਬ ਪਰਸੋਂ ਨੂੰ ਇੱਕ ਵਿਸ਼ਾਲ ਰੈਲੀ ਆਪਾਂ ਪਟਿਆਲਾ ਦੀ ਧਰਤੀ 'ਤੇ ਕੱਢਾਂਗੇ। 15 ਅਗਸਤ ਨੂੰ ਆਜ਼ਾਦੀ ਦਾ ਦਿਨ ਆ, 14 ਅਗਸਤ ਨੂੰ ਆਪਾਂ ਗੁਲਾਮੀ ਦਿਵਸ ਮਨਾਵਾਂਗੇ। ਮਤਲਬ 74 ਸਾਲ ਹੋਣ ਵਾਲੇ ਆ ਇਸ ਦੇਸ਼ ਨੂੰ ਆਜ਼ਾਦ ਹੋਏ, ਅਤੇ ਅੱਜ ਵੀ ਇਸ ਦੇਸ਼ ਦੇ ਬਸ਼ਿੰਦੇ, ਇਸ ਦੇਸ਼ ਦੇ ਅਧਿਆਪਕ ਕਿਸੇ ਦੇਸ਼ ਦਾ ਕੋਈ ਛੋਟਾ ਜਿਹਾ ਜਾਂ ਕੋਈ ਨੋਰਮਲ ਹਿੱਸਾ ਨਹੀਂ ਹੁੰਦਾ। ਅਧਿਆਪਕ ਬਹੁਤ ਹੀ ਅਹਿਮੀਅਤ ਵਾਲਾ ਸ਼ਬਦ ਆ, ਬਹੁਤ ਹੀ ਮਾਇਨੇ ਰੱਖਦਾ ਇਹ ਸ਼ਬਦ। ਪਰ ਇਹਨਾਂ ਸਰਕਾਰਾਂ ਨੇ ਅਧਿਆਪਕ ਨਾਮ ਨੂੰ ਬਿਲਕੁਲ ਹੀ ਮਿੱਟੀ ਵਿੱਚ ਰੋਲ ਕੇ ਰੱਖਤਾ ਕਿ ਕਿਸੇ ਅਧਿਆਪਕ ਨੂੰ ਆਪਣੀਆਂ ਮੰਗਾਂ, ਆਪਣੇ ਹੱਕਾਂ ਲਈ ਸੜਕਾਂ 'ਤੇ ਆਉਣਾ ਪਵੇ, ਉਹਨੂੰ ਆਪਣੇ ਹੱਕ ਮਨਵਾਉਣ ਦੇ ਲਈ ਸਰਕਾਰਾਂ ਦੇ ਨਾਲ ਆਢਾ ਲਾਉਣਾ ਪਵੇ। ਸੋ ਇਹ ਸ਼ਰਮ ਵਾਲੀ ਗੱਲ ਆ ਇਹਨਾਂ ਸਰਕਾਰਾਂ ਲਈ। ਇਹਨਾਂ ਸਰਕਾਰਾਂ ਨੇ ਉਹ ਢੀਠਪੁਣਾ ਆਪਣਾ ਦਿਖਾ ਦਿੱਤਾ ਜਿਸ ਦੀ ਕਦੇ ਵੀ ਉਮੀਦ ਨਹੀਂ ਲਗਾਈ ਜਾ ਸਕਦੀ ਸੀ। ਸੋ ਆਪਾਂ ਵੀ ਬਿਲਕੁਲ ਇਹਨਾਂ ਨੂੰ
ਤੋੜਵਾਂ ਮੂੰਹ ਤੋੜਵਾਂ ਜਵਾਬ ਦੇਵਾਂਗੇ। ਬਿਲਕੁਲ ਵੀ ਇਹਨਾਂ ਦੇ ਕਿਸੇ ਡਰਾਵੇ ਤੋਂ ਡਰਨ ਵਾਲੇ ਨਹੀਂ ਹੈਗੇ ਜਾਂ ਇਹਨਾਂ ਦੇ ਬਹਿਕਾਵੇ ਵਿੱਚ ਆਉਣ ਵਾਲੇ ਨਹੀਂ ਹੈਗੇ। ਜਿੰਨਾ ਸਮਾਂ ਸਾਡੀਆਂ ਮੰਗਾਂ, ਸਾਡੇ ਹੱਕ ਸਾਨੂੰ ਨਹੀਂ ਦਿੱਤੇ ਜਾਂਦੇ, ਅਸੀਂ ਉਹਨਾਂ ਸਮਾਂ ਲੜਦੇ ਰਵਾਂਗੇ, ਉਹਨਾਂ ਸਮਾਂ ਆਪਣਾ ਸੰਘਰਸ਼ ਕਰਦੇ ਰਵਾਂਗੇ। ਸੋ ਤੁਸੀਂ ਕਾਬਿਲ ਤਾਰੀਫ ਕੰਮ ਕਰ ਰਹੇ ਹੋ, ਲਗਾਤਾਰ ਆਪਣੀ ਲੜਾਈ ਨੂੰ ਬਾਕਮਾਲ ਪ੍ਰਦਰਸ਼ਨ ਕਰਦੇ ਆ ਰਹੇ ਹੋ। ਸੋ ਉਸੇ ਲੜੀ ਨੂੰ ਜਿਉਂਦਾ ਰੱਖਦੇ ਹੋਏ ਆਪਾਂ 14 ਅਗਸਤ ਨੂੰ ਇੱਕ ਰੈਲੀ ਕੱਢ ਰਹੇ ਹਾਂ ਗੁਲਾਮੀ ਦਿਵਸ ਦੇ ਵਜੋਂ। ਆਪਣੇ ਸਾਥੀਆਂ ਦੇ ਗਲਾਂ ਵਿੱਚ ਆਪਾਂ ਤਖਤੀਆਂ ਪਾਵਾਂਗੇ ਕਿ 74 ਸਾਲ ਆਜ਼ਾਦ ਹੋਏ ਦੇਸ਼ ਦੇ ਵਿੱਚ ਅੱਜ ਵੀ ਗੁਲਾਮ ਨੇ ਅਧਿਆਪਕ। ਸੋ ਕਿਸੇ ਦੇਸ਼ ਦਾ ਜੇ ਅਧਿਆਪਕ ਗੁਲਾਮ ਆ ਤਾਂ ਉਸ ਦੇ ਵਿਦਿਆਰਥੀ, ਉਸ ਦਾ ਆਉਣ ਵਾਲਾ ਸਮਾਜ, ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਿਸ ਟਰੈਕ 'ਤੇ ਚੱਲਣਗੀਆਂ, ਕਿਸ ਪਟੜੀ ਦੇ ਉੱਪਰ ਉਹ ਕੰਮ ਕਰਨਗੀਆਂ, ਇਸ ਦਾ ਅੰਦਾਜ਼ਾ ਲਗਾਉਣਾ ਵੀ ਬਹੁਤ ਸ਼ਾਇਦ ਸਾਡੀ ਸੋਚ ਤੋਂ ਪਰੇ ਆ। ਸੋ ਇਹ ਹੋ ਕਿਉਂ ਰਿਹਾ, ਇਹਦੇ ਸੰਦਰਭ ਨੂੰ ਸਮਝਣ ਦੀ ਲੋੜ ਆ। ਇਹਨਾਂ ਸਰਕਾਰਾਂ ਦੇ ਏਜੰਡੇ ਉੱਪਰ ਲੋਕ ਨਹੀਂ ਹੈਗੇ। ਇਹ ਸਰਕਾਰਾਂ ਆਪਣੇ ਮਕਸਦ ਲਈ, ਆਪਣੇ ਨਿੱਜੀ ਸਵਾਰਥਾਂ ਲਈ ਸੱਤਾ ਵਿੱਚ ਆਉਂਦੀਆਂ। ਜੋ ਇਹਨਾਂ ਨੇ ਆਪਣੇ ਜਿਹੜੇ ਮਾੜੇ ਕਰਮ ਕੀਤੇ ਹੋਏ ਆ, ਜਿਹੜੇ ਇਹਨਾਂ ਦੇ ਕਹਿ ਲਓ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਕ੍ਰਾਈਮ ਕੀਤਾ ਜਾਂ ਕੋਈ ਇਹਨਾਂ ਨੇ ਇਹੋ ਜਿਹੇ ਕੰਮ ਕੀਤੇ ਆ ਜਿਨ੍ਹਾਂ ਨੂੰ ਬਚਾਉਣ ਦੇ ਲਈ, ਜਿਨ੍ਹਾਂ ਦੇ ਉੱਪਰ ਪਰਦੇ ਪਾਉਣ ਦੇ ਲਈ ਇਹ ਸੱਤਾ ਵਿੱਚ ਆਉਂਦੇ ਆ। ਇਹਨਾਂ ਦਾ ਹੋਰ ਕੋਈ ਸਵਾਰਥ ਨਹੀਂ ਹੁੰਦਾ ਸੱਤਾ ਵਿੱਚ ਆਉਣ ਲਈ। ਪਰ ਇਹਨਾਂ ਨੂੰ ਸਿੱਧੀ ਤੇ ਤਿੱਖੀ ਚੇਤਾਵਨੀ ਆ ਇਹਨਾਂ ਲੀਡਰਾਂ ਨੂੰ, ਇਹਨਾਂ ਮੰਤਰੀਆਂ ਨੂੰ ਕਿ NSQF ਅਧਿਆਪਕ ਪਿਛਲੇ 65 ਦਿਨਾਂ ਤੋਂ ਆਪਣੇ ਹੱਕਾਂ ਦੇ ਲਈ ਲੜ ਰਹੇ ਆ ਅਤੇ ਉਹਨਾਂ ਸਮਾਂ ਲੜਦੇ ਰਹਿਣਗੇ ਜਿੰਨਾ ਸਮਾਂ ਉਹਨਾਂ ਦੇ ਹੱਕ ਉਹਨਾਂ ਨੂੰ ਨਹੀਂ ਦੇ ਦਿੱਤੇ ਜਾਂਦੇ। ਸੋ 14 ਅਗਸਤ ਨੂੰ ਆਪਾਂ ਇੱਕ ਰੈਲੀ ਕੱਢਣ ਜਾ ਰਹੇ ਹਾਂ, ਜਿਸ ਦੇ ਸੰਬੰਧ ਵਿੱਚ ਜੋ ਵੀ ਆਪਣੇ ਪੁਆਇੰਟਸ ਹੈਗੇ ਆ ਜਾਂ ਜੋ ਵੀ ਕਮੇਟੀਆਂ ਬਣਾਈਆਂ ਜਾ ਰਹੀਆਂ ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਗਈਆਂ। ਅੱਜ ਦੁਬਾਰਾ ਫਿਰ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਆ, ਉਸ ਦੇ ਵਿੱਚ ਸਾਰੀ ਹੀ ਚੀਜ਼ ਦਾ ਬਰੀਫਿੰਗ ਕਰ ਦਿੱਤੀ ਗਈ ਹੈਗੀ ਆ। ਰੈਲੀ ਦੀਆਂ ਕੀ ਕਹਿ ਲਓ ਵੀ ਰੂਲਸ ਐਂਡ ਰੈਗੂਲੇਸ਼ਨਸ ਉਹ ਬਿਲਕੁਲ ਵਿਸਥਾਰ ਦੇ ਵਿੱਚ ਆਪਾਂ ਸਾਰੇ ਸਾਥੀਆਂ ਨੂੰ ਸਮਝਾ ਦਿੱਤੇ ਗਏ ਆ। ਤੁਹਾਡੇ ਨਾਲ ਤੁਹਾਡੇ ਜ਼ਿਲ੍ਹਾ ਪ੍ਰਧਾਨ ਕੱਲ੍ਹ ਨੂੰ ਜਾਂ ਬਾਏ ਫੋਨ, ਟੈਲੀਫੋਨਿਕ ਵੀ ਹੋ ਸਕਦਾ, ਉਹ ਤੁਹਾਡੇ ਨਾਲ ਸਾਰੇ ਇਹ ਵਿਚਾਰ ਸਾਂਝੇ ਕਰਨ। ਸੋ ਇੱਕੋ ਇੱਕ ਇਹ ਬੇਨਤੀ ਆ ਪਹਿਲੀ ਤਾਂ ਕਿ ਆਪ ਇਕੱਲੇ ਨਹੀਂ ਆਉਣਾ। ਇਸ ਵਾਰ ਅਸੀਂ ਇਕੱਲਿਆਂ ਨੇ ਨਹੀਂ ਆਉਣਾ। ਅਸੀਂ ਆਪਣੇ ਨਾਲ ਆਪਣਾ ਪਰਿਵਾਰਕ ਮੈਂਬਰ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ, ਹੋ ਸਕੇ ਤਾਂ 2, ਜ਼ਿਆਦਾ ਨਹੀਂ 2, ਇੱਕ ਤੁਸੀਂ, ਇੱਕ ਤੁਹਾਡੇ ਨਾਲ ਤੁਹਾਡਾ ਕੋਈ ਸਕਾ ਸੰਬੰਧੀ। ਦੇਖੋ ਸਾਥੀਓ, ਗੱਲ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ। ਸਵਰਗ ਭਾਲਦੇ ਹੋ, ਜੇ ਸਵਰਗ ਚਾਹੁੰਦੇ ਹੋ ਤਾਂ ਮਰਨਾ ਪੈਣਾ। ਸੋ ਜੋ ਮਰਜ਼ੀ ਹਾਲਾਤ ਹੋਣ ਸਾਡੇ, ਸਾਰਾ ਕੁਝ ਛੱਡ ਦਿਓ, ਸਾਰੀਆਂ ਚੀਜ਼ਾਂ ਪਿੱਛੇ ਛੱਡ ਦਿਓ। ਇਸ ਵਕਤ ਸਿਰਫ ਤੇ ਸਿਰਫ ਸਾਡਾ ਏਮ, ਸਾਡਾ ਮਕਸਦ, ਸਾਡਾ ਰੋਜ਼ ਦਾ ਜਿਹੜੀ ਸੋਚ, ਰੋਜ਼ ਦੀ ਸਮਝ, ਉਹ ਸਿਰਫ ਤੇ ਸਿਰਫ ਸਾਡਾ ਧਰਨਾ ਹੋਣਾ ਚਾਹੀਦਾ। ਉਹ ਸਾਡੀਆਂ ਰੈਲੀਆਂ ਹੋਣੀਆਂ ਚਾਹੀਦੀਆਂ, ਉਹ ਸਾਡੇ ਸੰਕਲਪ ਹੋਣੇ ਚਾਹੀਦੇ ਆ, ਉਹ ਸਾਡੀਆਂ ਮੰਗਾਂ ਹੋਣੀਆਂ ਚਾਹੀਦੀਆਂ। ਜੇਕਰ ਅਸੀਂ ਪਿਛਲੇ ਦਿਨਾਂ ਦੇ ਦੌਰਾਨ ਅਸੀਂ ਵੇਖੀਏ ਤਾਂ ਆਪਣੇ ਮੰਗ ਪੱਤਰ ਦੇ ਵਿੱਚੋਂ 6 ਮੰਗਾਂ ਦੇ ਵਿੱਚੋਂ ਸਿਰਫ ਇਸ ਵਕਤ ਆਪਣੇ ਕੋਲ 2 ਮੰਗਾਂ ਰਹਿ ਗਈਆਂ। ਆਪਾਂ ਹੌਲੀ ਹੌਲੀ ਸਾਰੀਆਂ ਪੂਰੀਆਂ ਕਰਵਾ ਲੈਣੀਆਂ ਇਹਨਾਂ ਤੋਂ। ਲਗਭਗ ਜਿਹੜੀ ਆਪਣੀ ਸਿਕਿਉਰਿਟੀ ਵਿਸ਼ੇ ਵਾਲੀ ਸੀ, ਆਪਣੇ ਜਿਹੜੇ ਸਿਕਿਉਰਿਟੀ ਦੇ ਅਧਿਆਪਕ ਸਾਥੀ ਸੀ, ਉਹਨਾਂ ਦੇ 11ਵੀਂ ਤੇ 12ਵੀਂ ਵਿਸ਼ੇ ਨੂੰ ਬੰਦ ਕਰਨ ਦੀ ਜੋ ਇਹਨਾਂ ਨੇ ਸ਼ਾਹੀ ਫਰਮਾਨ ਜਾਰੀ ਕੀਤੇ ਸੀ, ਉਹਨਾਂ ਨੂੰ ਵੀ ਪੁੱਠੇ ਪੈਰ ਆਪਾਂ ਮੋੜ ਦਿੱਤਾ। ਦੂਸਰਾ, ਬਦਲੀ ਬਾਰੇ ਵੀ ਆਪਾਂ ਇਹਨਾਂ ਨੂੰ ਗੱਲ ਕਹਿ ਦਿੱਤੀ ਅਤੇ ਬਦਲੀ 'ਤੇ ਪਿਛਲੀ ਮੀਟਿੰਗ ਦੇ ਵਿੱਚ ਸਹਿਮਤੀ ਹੋਈ ਹੈ ਕਿ ਜਿੰਨੀਆਂ ਵੀ ਬਦਲੀਆਂ ਰਹਿੰਦੀਆਂ ਉਹ ਸਾਰੀਆਂ ਬਦਲੀਆਂ ਤੁਸੀਂ ਅਧਿਆਪਕ ਅੱਜ ਹੀ ਆਪਣੀਆਂ ਮੇਲਾਂ ਪਾ ਦੇਣ ਅਤੇ ਬਦਲੀਆਂ ਕਰਵਾ ਲੈਣ।
ਜਿਹੜੀ ਵੀ ਜਿੱਥੇ ਵੀ ਪੋਸੀਬਿਲਿਟੀ ਬਣਦੀ ਹੈ, ਕਿਉਂਕਿ ਆਪਣਾ ਥੋੜ੍ਹਾ ਜਿਹਾ ਸਟਰਕਚਰ ਇੱਦਾਂ ਦਾ ਕਿ ਜਿਹੜੀ ਜਗ੍ਹਾ ਆਪਾਂ ਜਾਣਾ ਚਾਹੁੰਦੇ ਹਾਂ ਉੱਥੇ ਜੇਕਰ ਅਧਿਆਪਕ ਮੌਜੂਦ ਆ ਤਾਂ ਉਹਦੀ ਸਹਿਮਤੀ ਜਾਂ ਉਹਨੂੰ ਵੀ ਕਿਸੇ ਨਾ ਕਿਸੇ ਜਗ੍ਹਾ 'ਤੇ ਜਾਣ ਦੀ ਲੋੜ ਹੈਗੀ ਆ, ਤਾਂ ਹੀ ਉੱਥੇ ਬਦਲੀ ਹੋ ਸਕਦੀ ਆ। ਚਲੋ ਇਹਨਾਂ ਚੀਜ਼ਾਂ ਦੇ ਵੀ ਹੌਲੀ ਹੌਲੀ ਸਾਰੇ ਪੁਖਤਾ ਪ੍ਰਬੰਧ ਹੋਣਗੇ, ਪੁਖਤਾ ਹੱਲ ਹੋਣਗੇ। ਫਿਰ ਆਪਣਾ ਮੈਟਰਨਿਟੀ ਲੀਵ ਦਾ ਵੀ ਦੇਖੋ ਉਹਨਾਂ ਨੇ ਡਾਟਾ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈਗਾ। ਮੈਡੀਕਲ ਛੁੱਟੀ ਬਾਰੇ ਵੀ ਉਹਨਾਂ ਨੂੰ ਕਹਿ ਦਿੱਤਾ, ਕਿਉਂਕਿ ਇੱਕ ਅਧਿਆਪਕ ਕੀ ਬਿਮਾਰ ਨਹੀਂ ਹੋ ਸਕਦਾ, ਕਿ ਉਹਨੂੰ ਘਰੇਲੂ ਇੱਦਾਂ ਦੇ ਹਾਲਾਤਾਂ ਵਿੱਚ ਉਹ ਨਹੀਂ ਲੰਘ ਸਕਦਾ ਜਿਹੜਾ NSQF ਅਧਿਆਪਕ ਆ। ਸੋ ਇਹ ਸਾਰੀਆਂ ਚੀਜ਼ਾਂ 'ਤੇ ਆਪਾਂ ਉਹਨਾਂ ਨੂੰ ਸਹਿਮਤ ਕਰਵਾ ਲਿਆ। ਫਿਰ ਜੋਬ ਸਿਕਿਉਰਿਟੀ ਬਾਰੇ ਵੀ ਕਹਿ ਦਿੱਤਾ ਕਿ ਜਿਹਨੂੰ ਦਿਲ ਕਰਦਾ ਇਹ ਕੰਪਨੀਆਂ ਚੱਕ ਕੇ ਬਾਹਰ ਮਾਰਦੀਆਂ, ਜਿਹਨੂੰ ਦਿਲ ਕਰਦਾ ਇਹ ਕਾਰਪੋਰੇਟ ਘਰਾਣੇ ਚੱਕ ਕੇ ਬਾਹਰ ਮਾਰਦੇ ਆ। ਇਹ ਹੁੰਦੇ ਕੌਣ ਆ ਇਹ ਫੈਸਲੇ ਲੈਣ ਵਾਲੇ? ਅਸੀਂ ਇੱਕ ਸਕੂਲ ਦੇ ਵਿੱਚ ਆਪਣਾ ਸਮਾਂ ਲਾਉਂਦੇ ਹਾਂ, ਆਪਣੇ ਬੱਚਿਆਂ ਦੇ ਨਾਲ ਸਾਡੀ ਅਟੈਚਮੈਂਟ ਆ, ਅਸੀਂ 6-6 7-7 ਮਹੀਨੇ ਉਹਨਾਂ ਨੂੰ ਇੱਕ ਸੈਸ਼ਨ ਪੜ੍ਹਾਉਂਦੇ ਹਾਂ ਅਤੇ ਇਹੋ ਜਿਹੇ ਫਰਮਾਨ ਆ ਜਾਂਦੇ ਆ ਕਿ ਅਗਲੇ ਮਹੀਨੇ ਨਹੀਂ ਜੀ ਤੁਸੀਂ ਨੌਕਰੀ ਨਹੀਂ ਕਰ ਸਕਦੇ। ਇਹ ਕੌਣ ਹੁੰਦੇ ਇੱਦਾਂ ਦੇ ਫੈਸਲੇ ਲੈਣ ਵਾਲੇ? ਸਾਡੀ ਜ਼ਿੰਦਗੀ ਆ, ਸਾਡਾ ਭਵਿੱਖ ਆ। ਸੋ ਅਸੀਂ ਕੋਈ ਭੀਖ ਮੰਗ ਕੇ ਨਹੀਂ ਆਏ ਇਹਨਾਂ ਤੋਂ, ਅਸੀਂ ਟੈਸਟ ਪਾਸ ਕੀਤੇ ਆ, ਅਸੀਂ ਇਹਨਾਂ ਦੀਆਂ ਰਿਕਰੂਟਮੈਂਟ ਵੇਖੀਆਂ, ਅਸੀਂ ਇਹਨਾਂ ਦੀ ਜਿਹੜੇ ਐਡਵਰਟਾਈਜ਼ਮੈਂਟ ਆ ਅਸੀਂ ਉਹ ਪਾਰ ਕਰਕੇ ਇੱਥੇ ਪਹੁੰਚੇ ਹਾਂ। ਕੋਈ ਇਹਨਾਂ ਤੋਂ ਖੈਰਾਤ ਨਹੀਂ ਲਈ ਅਸੀਂ ਇਹਨਾਂ ਤੋਂ। ਸੋ ਇਹ ਸਾਡੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਕੋਈ ਨਹੀਂ ਹੁੰਦੇ। ਈਵਨ ਅਸੀਂ ਇਹਨਾਂ ਦੀ ਜ਼ਿੰਦਗੀ ਦਾ ਫੈਸਲਾ ਕਰਾਂਗੇ, ਅਸੀਂ ਫੈਸਲਾ ਕਰਾਂਗੇ ਕਿ ਕੰਪਨੀਆਂ ਰਹਿਣੀਆਂ ਚਾਹੀਦੀਆਂ, ਕਾਰਪੋਰੇਟ ਘਰਾਣੇ ਰਹਿਣੇ ਚਾਹੀਦੇ ਆ ਜਾਂ ਨਹੀਂ ਰਹਿਣੇ ਚਾਹੀਦੇ, ਅਸੀਂ ਫੈਸਲਾ ਕਰਾਂਗੇ। ਸੋ ਸਾਥੀਓ, ਇਹ ਮਤਲਬ ਮੈਂ ਤੁਹਾਨੂੰ ਦੁਬਾਰਾ ਫਿਰ ਕਹਿਣਾ, ਜੋ ਮਰਜ਼ੀ ਹੋ ਜੇ ਇਸ ਵਾਰ ਅਸੀਂ ਇਕੱਲਿਆਂ ਨੇ ਨਹੀਂ ਆਉਣਾ, ਨਾਲ ਸਾਡਾ ਰਿਸ਼ਤੇਦਾਰ, ਸਾਡਾ ਭੈਣ ਭਰਾ, ਪਰਿਵਾਰਕ ਮੈਂਬਰ ਆਉਣਾ ਚਾਹੀਦਾ। ਇਹ ਜਿਹੜਾ ਸਮਾਂ, ਇਹ ਜਿਹੜੀ ਲੜਾਈ ਆ, ਇਹ ਜਿਹੜੀ ਰੈਲੀ ਆ, ਅਸੀਂ ਇਤਿਹਾਸ ਸਿਰਜਣਾ ਇਹਦੇ ਨਾਲ, ਇਤਿਹਾਸ। ਸੋ ਸਭ ਕੁਛ ਮਤਲਬ ਭੁੱਲ ਜਾਓ। ਉਸ ਦਿਨ ਤੁਹਾਨੂੰ ਕਿੰਨਾ ਜ਼ਰੂਰੀ ਕੰਮ ਆ, ਉਸ ਦਿਨ ਤੁਹਾਨੂੰ ਕਿੰਨੀ ਵੀ ਤੁਹਾਡੇ 'ਤੇ ਆਫਤ ਆ ਗਈ, ਬਸ ਭੁੱਲ ਜਾਓ ਸਾਥੀਓ, ਬੇਨਤੀ ਆ ਮੇਰੀ ਤੁਹਾਨੂੰ। ਸੋ ਆਪਾਂ ਗੱਲ ਕਰਦੇ ਸੀ ਕਿ ਇਸ ਵਕਤ ਆਪਣੇ ਮੰਗ ਪੱਤਰ ਵਿੱਚੋਂ ਸਿਰਫ 2 ਮੰਗਾਂ ਆਪਣੀਆਂ ਪੈਂਡਿੰਗ ਰਹਿ ਗਈਆਂ, ਬਾਕੀ ਮੰਗਾਂ ਆਪਾਂ ਇਹਨਾਂ ਤੋਂ ਮਨਵਾ ਹੀ ਲਈਆਂ ਲਗਭਗ। ਇਹ ਸਹਿਮਤ ਹੋ ਚੁੱਕੇ ਆ ਉਹਨਾਂ 'ਤੇ। 2 ਮੰਗਾਂ ਕੰਪਨੀਆਂ ਬਾਹਰ ਅਤੇ NSQF ਅਧਿਆਪਕਾਂ ਨੂੰ ਕੰਮ ਦੇ ਆਧਾਰ 'ਤੇ ਬਰਾਬਰ ਤਨਖਾਹ, ਪੂਰੇ ਸਕੇਲ 'ਤੇ ਤਨਖਾਹ। ਸੋ ਇਹ ਜਿਹੜੀ 2 ਮੰਗਾਂ ਹੈਗੀਆਂ, ਇਹਨਾਂ 'ਤੇ ਆਪਾਂ ਇਹਨਾਂ ਨੂੰ ਇਹਨਾਂ ਦੇ ਗੋਡੇ ਲਵਾਉਣੇ ਆ, ਉਹ ਲਵਾ ਕੇ ਛੱਡਾਂਗੇ। ਇਹਨਾਂ ਦੀ ਸੰਘੀ 'ਚ ਅੰਗੂਠਾ ਦੇ ਕੇ ਆਪਾਂ ਆਪਦੇ ਹੱਕ ਮੰਗਵਾਵਾਂਗੇ। ਸੋ ਇੱਦਾਂ ਹੀ ਆਪਣਾ ਸਹਿਯੋਗ, ਆਪਣਾ ਜਿਹੜਾ ਯੋਗਦਾਨ ਆ ਉਹ ਦੁੱਗਣਾ ਤਿੱਗਣਾ ਕਰ ਦਿਓ। ਹੁਣ ਲੜਾਈ ਪੀਕ ਲੈਵਲ 'ਤੇ ਪਹੁੰਚ ਚੁੱਕੀ ਆ, ਹੁਣ ਲੜਾਈ ਨੈਕਸਟ ਲੈਵਲ 'ਤੇ ਪਹੁੰਚ ਚੁੱਕੀ ਆ। ਮੈਂ ਪਹਿਲੇ ਦਿਨ ਤੋਂ ਤੁਹਾਨੂੰ ਕਹਿੰਦਾ ਆ ਰਿਹਾ ਕਿ ਅਸੀਂ ਉਹਨਾਂ ਪੜਾਵਾਂ ਵਿੱਚ ਦੀ ਲੰਘ ਰਹੇ ਹਾਂ ਜਿੱਥੇ ਅਸੀਂ ਹਲੇ ਤੁਰਨਾ ਸੀ। ਸੋ ਸਾਥੀਓ, ਆਪਾਂ ਹੁਣ ਤੁਰਨਾ ਨਹੀਂ, ਆਪਾਂ ਹੁਣ ਵੱਡੇ ਵੱਡੇ ਕਦਮ ਨਹੀਂ ਲੈਣੇ, ਹੁਣ ਆਪਾਂ ਭੱਜਣ ਦੀ ਵਾਰੀ ਆ ਗਈ ਆ। ਹੁਣ ਇੱਥੋਂ ਬਸ ਹਾਈ ਜੰਪ ਲੈਣਾ ਅਤੇ ਆਪਾਂ ਟਾਰਗੇਟ ਪੂਰਾ ਕਰਨਾ ਆਪਣਾ। ਸੋ ਇਹ ਜਿਹੜੇ ਅੱਜ ਆਪਾਂ ਨੂੰ ਸਮਾਂ ਨਹੀਂ ਨਾ ਦਿੰਦੇ, ਜਿਨ੍ਹਾਂ ਤੋਂ ਆਪਾਂ ਸਮਾਂ ਲੈਂਦੇ ਹਾਂ ਅਤੇ ਸਮਾਂ ਨਹੀਂ ਦਿੰਦੇ, ਇਹੋ ਜਿਹਾ ਦਿਨ ਲਿਆਉਣਾ ਕਿ ਇਹ ਕਹਿਣਗੇ ਕਿ ਸਾਨੂੰ ਸਮਾਂ ਦਿਓ ਅਤੇ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ। ਆਓ ਬੈਠੋ ਸਾਡੇ ਨਾਲ ਟੇਬਲ 'ਤੇ ਗੱਲ ਕਰੋ, ਅਸੀਂ ਤੁਹਾਡੇ ਹੱਲ ਕਰਨਾ ਚਾਹੁੰਦੇ ਹਾਂ। ਤੁਹਾਡੇ ਹੱਥ 'ਚ ਆ ਸਾਥੀਓ, ਤੁਹਾਡੇ ਹੱਥ ਵਿੱਚ ਆ। ਆਪਦੀ ਤਾਕਤ, ਆਪਦੀ ਅਸਲੀਅਤ ਪਛਾਣ ਲਓ। ਇੱਕ ਅਧਿਆਪਕ ਪੂਰੇ ਸਮਾਜ ਨੂੰ ਬਦਲ ਸਕਦਾ ਅਤੇ ਤੁਸੀਂ ਉਹ ਅਧਿਆਪਕ ਹੋ। ਸੋ ਆਪਣੀ ਤਾਕਤ ਪਛਾਣ ਲਓ। ਇਹਨਾਂ ਨੂੰ ਬਾਣੀ ਪਾ ਦਾਂਗੇ, ਇਹ ਤਾਂ ਭੱਜੇ ਫਿਰਨਗੇ ਕਿ ਦੱਸੋ ਸਹੀ ਹੱਲ ਕਿਹੜੇ ਕਰਨੇ ਆ। ਸੋ ਇਹਨਾਂ ਬੇਨਤੀਆਂ ਦੇ ਨਾਲ ਹੀ ਮੈਂ ਜ਼ਿਆਦਾ ਗੱਲ ਨਹੀਂ ਕਰਨੀ, ਬਸ ਬੇਨਤੀ ਇੱਕ ਵਾਰ ਫੇਰ, ਰਿਕਾਰਡ ਤੋੜ ਦਿਓ ਯਾਰ। ਕੀ ਰਿਕਾਰਡ? NSQF ਦਾ ਨਾਮ ਚਮਕਾ ਦਿਓ ਕਿ NSQF ਅਧਿਆਪਕ ਜੇ ਆਪਦੀ ਆ ਜਾਣ ਨਾ ਵੀ ਜੇ ਅਸੀਂ ਆਹ ਕਰਕੇ ਦਿਖਾਉਣਾ ਤਾਂ ਫਿਰ ਸਾਨੂੰ ਕੋਈ ਰੋਕ ਨਹੀਂ ਸਕਦਾ। ਬਸ ਇਹ ਜਜ਼ਬਾ ਲੈ ਕੇ ਉੱਠਿਓ
ਤੁਹਾਡੇ ਆ ਜਿਹੜੇ ਪਲ ਆ ਨਾ ਅਗਲੇ ਆਉਣ ਵਾਲੇ, ਤੁਹਾਨੂੰ ਇਦਾਂ ਲੱਗੇ ਕਿ ਕਦੋਂ ਇਹ ਪਲ ਲੰਘਣ ਤੇ ਅਸੀਂ ਉੱਥੇ 14 ਅਗਸਤ ਨੂੰ ਅਸੀਂ ਪਟਿਆਲੇ ਪਹੁੰਚੀਏ। ਬਸ ਇਦਾਂ ਦਾ ਜਨੂਨ ਤੁਹਾਡੇ ਚਿਹਰੇ ਤੇ, ਤੁਹਾਡੀਆਂ ਅੱਖਾਂ 'ਚੋਂ ਦਿਖਣਾ ਚਾਹੀਦਾ ਸਾਥੀਓ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ। ਤੇ ਬੇਨਤੀਆਂ ਬਸ ਇਹੀ ਸੀਗੀਆਂ, ਐਰਕੀ ਹੜ੍ਹ ਲਿਆ ਦਿਓ ਪਟਿਆਲਾ ਵਿੱਚ। ਸੋ ਮਿਲਦੇ ਹਾਂ ਸਾਥੀਓ। ਬਾਕੀ ਜਿਹੜੇ ਸਾਥੀਆਂ ਦੀਆਂ ਡਿਊਟੀਆਂ ਲੱਗੀਆਂ ਉਹਨਾਂ ਨੂੰ ਇੱਕ ਵਾਰ ਫਿਰ ਬੇਨਤੀ ਕਿ ਉਹ ਸਾਰੇ ਦੇ ਸਾਰੇ ਸਾਥੀ ਕੱਲ੍ਹ ਨੂੰ ਹੀ ਉੱਥੇ ਪਟਿਆਲਾ ਵਿਖੇ ਪਹੁੰਚਣ, ਕਿਉਂਕਿ ਬਹੁਤ ਸਾਰੇ ਅਰੇਂਜਮੈਂਟਸ ਹੁੰਦੇ ਆ ਜਿਹੜੇ ਮੌਕੇ 'ਤੇ ਉੱਥੇ ਕਰਨੇ ਹੁੰਦੇ ਆ। ਜੇਕਰ ਆਪਾਂ ਸਮੇਂ 'ਤੇ ਪਹੁੰਚੇ ਫਿਰ ਕਈ ਵਾਰੀ ਮੁਸ਼ਕਿਲ ਆ ਜਾਂਦੀ ਆ। ਸੋ ਮਿਲਦੇ ਹਾਂ ਸਾਥੀਓ ਫਿਰ ਪਰਸੋਂ ਨੂੰ ਜਿੱਤ ਦਾ ਝੰਡਾ ਕੱਢ ਕੇ। NSQF ਦਾ ਨਾਮ ਪੂਰਾ ਪਟਿਆਲੇ ਦੇ ਵਿੱਚ ਗੂੰਜਣਾ ਚਾਹੀਦਾ ਉਸ ਦਿਨ। ਇਨਕਲਾਬ ਜਿੰਦਾਬਾਦ, NSQF ਅਧਿਆਪਕ ਯੂਨੀਅਨ ਜਿੰਦਾਬਾਦ। ਬਿਲਕੁਲ ਤੁਸੀਂ ਸਾਰੇ ਹੀ ਜਿੰਦਾਬਾਦ ਹੋ, ਜਿੰਦਾਬਾਦ ਰਹੋਗੇ। ਕੋਈ ਦੁਨੀਆ ਦੀ ਤਾਕਤ ਨਹੀਂ ਕਿ ਤੁਹਾਡੇ ਇਹਨਾਂ ਹੌਸਲਿਆਂ ਨੂੰ ਪਿੱਛੇ ਛੱਡ ਦੇਵੇ। ਬਹੁਤ ਬਹੁਤ ਸ਼ੁਕਰੀਆ ਸਾਰੇ ਸਾਥੀਆਂ ਦਾ। ਸੋ ਇਸ ਮੈਸੇਜ ਨੂੰ ਸਾਰੇ ਸਾਥੀਆਂ ਤੱਕ ਪਹੁੰਚਾ ਦਿਓ ਤਾਂ ਜੋ ਜਿਹੜਾ ਵੀ ਸਾਥੀ ਅੱਜ ਦੇ ਸਮੇਂ ਘਰੇ ਬੈਠਾ, ਪਲੀਜ਼ ਉਹਨੂੰ ਬੇਨਤੀ ਆ, ਹੁਣ ਸਮਾਂ ਹੈ ਨਹੀਂ ਘਰੇ ਰਹਿਣ ਦਾ। ਸਾਰੇ ਹੀ ਸਾਥੀ ਸਤਿਕਾਰਯੋਗ ਨੇ। ਜਿਹੜਾ ਵੀ ਸਾਥੀ ਜਿੱਥੇ ਵੀ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਬੈਠਾ, ਸਭ ਨੂੰ ਬੇਨਤੀ ਆ ਬਸ ਪਟਿਆਲਾ ਵਿਖੇ ਪਹੁੰਚੋ 14 ਅਗਸਤ। ਧੰਨਵਾਦ ਜੀ।